ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਡਾਲ ਸਾਹਿਬ very sunny bright morning। ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਅਰਸ਼, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ। ਤੇ ਇਹ ਸਨੀ ਬ੍ਰਾਈਟ ਮਾਰਨਿੰਗ ਜਿਹੜੀ ਆ ਜੀ ਵੀ ਸੈਚਰਡੇ ਤੱਕ ਪਤਾ ਲੱਗ ਰਿਹਾ ਵੀ ਇਦਾਂ ਹੀ ਜਾਰੀ ਰਹਿਣਾ ਸਿਲਸਿਲਾ ਜੀ। ਜ਼ਿਆਦਾ ਤਪਸ਼ ਵਾਲਾ, ਤੰਗ ਕਰਨ ਵਾਲਾ, ਚੁੱਭਵੀਂ ਗਰਮੀ ਵਾਲਾ ਅੱਜ ਦਾ ਦਿਨ ਜਿਹੜਾ ਵੀ ਇਹ ਹੋ ਸਕਦਾ ਕੱਲ ਤੋਂ ਥੋੜੀ ਸਿਚੁਏਸ਼ਨ ਜਾਂ ਕੱਲ ਅੱਜ ਦੇਰ ਰਾਤ ਤੋਂ ਹੀ ਬੈਟਰ ਹੋਣੀ ਸ਼ੁਰੂ ਹੋ ਜਾਣੀ ਹੈ ਤੇ ਫਿਰ ਜਿਹੜਾ ਇਹ ਸਨਸ਼ਾਈਨ ਦਾ ਬੈਟਰ ਆਨੰਦ ਹੈ ਜਿਹੜਾ ਉਹ ਮਾਣਿਆ ਜਾ ਸਕੂਗਾ। ਕੱਲ ਆਪਾਂ ਦੱਸਿਆ ਸੀਗਾ ਵੀ ਜਿਹੜਾ ਇਹ ਪੀਲ ਰੀਜਨ ਦੇ ਵਿੱਚ ਵੀ ਅੱਜ ਵੀ ਜਿਹੜਾ ਜੀ ਵੀ ਇਹ ਹੀਟ ਅਲਰਟ ਜਿਹੜਾ ਇਸ਼ੂ ਕੀਤਾ ਹੋਇਆ ਜੀ, ਉਸ ਦੇ ਲਿਹਾਜ਼ ਨਾਲ ਖਾਸ ਤੌਰ ਤੇ ਵੀ ਜਿਹੜੇ ਪਾਲਤੂ ਜਾਨਵਰ ਹੈ, ਬੱਚੇ ਹੈ, ਸੀਨੀਅਰਸ ਆ ਵੀ ਜਾਂ ਫਿਰ ਇਹਦੇ ਨਾਲ ਹੀ ਜਿਹੜਾ ਅੱਜ ਕੱਲ੍ਹ ਇਕੱਲੇ ਬਹੁਤ ਲੋਕ ਰਹਿੰਦੇ ਅਪਾਰਟਮੈਂਟਸ ਵਿੱਚ ਜਾਂ ਅਦਰਵਾਈਜ਼ ਵੀ ਜਾਣੀ ਸਿੰਗਲ ਜਿਹਨਾਂ ਦੀ ਲਾਈਫ ਹੈ ਉਹਨਾਂ ਲੋਕਾਂ ਦਾ ਵੀ ਜੀ ਖਾਸ ਤੌਰ ਤੇ ਸੀਨੀਅਰਸ ਹੋਣ ਤਾਂ ਜ਼ਰੂਰ ਪਤਾ ਕੋਈ ਬਾਈ ਤਾਈ ਖਬਰਸਾਰ ਲੈਣਾ ਜ਼ਰੂਰੀ ਹੈ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਵੱਧ ਨਾ ਹੋਵੇ, ਕਿਉਂਕਿ ਆਮ ਅਰਸ਼ ਏਦਾਂ ਇਹ ਵਾਪਰ ਜਾਂਦਾ ਗਰਮੀ ਕਰਕੇ ਚਲੋ ਜਾਂ ਵੈਦਰ ਕਰਕੇ ਨਾ ਵੀ ਸਹੀ ਵੀ ਆਪੋ ਆਪਣਾ ਜੀਵਨ ਹੈ ਇਹ ਇਕੱਲੇ ਇਕੱਲੇ ਰਹਿੰਦਿਆਂ ਤੇ ਬਹੁਤ ਵਾਰ ਨਾ ਜਾਣੀ ਲੋਕ ਆਪਣਾ ਖਾਣਾ ਪੀਣਾ ਬਣਾਉਂਦਿਆਂ ਜਾਂ ਫਿਰ ਜ਼ਿਆਦਾ ਪੈਗੀ ਲਾ ਲੈਣੇ, ਇਕੱਲੇ ਬੰਦੇ ਪਏ ਨੇ ਬੈਠੇ ਨੇ ਸੋਫੇ ਤੇ ਉਹ ਮੁੜ ਕੇ ਸੁੱਤੇ ਹੀ ਰਹਿ ਜਾਣਾ ਹਨਾ। ਅੱਛਾ, ਉਹ ਸੁੱਤੇ ਹੀ ਰਹਿ ਜਾਣਾ। ਹੁਣ ਕਿਸੇ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਵੀ ਹੈ ਕਿ ਨਹੀਂ ਬੰਦਾ ਹਨਾ ਜ਼ਿੰਦਗੀ ਦੇ ਵਿੱਚ, ਤੇ ਉਹ ਪਤਾ ਉਦੋਂ ਲੱਗਦਾ ਜਦੋਂ ਲਾਸ਼ ਆ ਜਿਹੜੀ ਬੋਡੀ ਜਾਣੀ ਮੁਸ਼ਕ ਮਾਰਨਾ ਸ਼ੁਰੂ ਕਰ ਦਿੰਦੀ, ਸਾਰੀ ਬਿਲਡਿੰਗ ਚ ਮੁਸ਼ਕ ਖਿਲਰਦਾ, ਫਿਰ ਪਤਾ ਲੱਗਦਾ ਵੀ ਇੱਥੇ ਕੋਈ ਘਟਨਾ ਵਾਪਰੀ ਆ। ਸੋ ਲਾਸ਼ ਨੂੰ ਫਿਰ ਜਾ ਕੇ ਪੁਲਿਸਾਂ ਖੋਲਣ ਦਰਵਾਜ਼ਾ ਤੇ ਫਿਰ ਕੀੜੇ ਵੀ ਪਏ ਹੁੰਦੇ ਆਮ ਤੌਰ ਤੇ। ਹਾਂਜੀ, ਸੋ ਤਾਂ ਕਰਕੇ ਜੀ ਵੀ ਇਹ ਨੰਬਰ 1 ਮੁਲਕ ਦੇ ਵਿੱਚ ਇਹ ਸਭ ਕੁਝ ਵਾਪਰੀ ਜਾਂਦਾ ਹੋਈ ਜਾਂਦਾ। ਇਸ ਕਰਕੇ ਆਪ ਜਿਹੜੇ ਇਕੱਲੇ ਕੋਈ ਜੀ ਆਪਣੇ ਦੋਸਤ ਮਿੱਤਰ ਹੋਣ ਉਹ ਕਹਿੰਦੇ ਜੀ ਵੀ ਗਰਮੀ ਦਾ ਇਸ ਤਰ੍ਹਾਂ ਦਾ ਜਦੋਂ ਹੋਵੇ ਵੈਦਰ ਵੀ ਉਹਦੇ ਵਿੱਚ ਉਹਨਾਂ ਦੀ ਜਿਹੜੀ ਖਬਰਸਾਰ ਉਹ ਲੈਂਦੇ ਰਹਿਣਾ ਚਾਹੀਦਾ। 905 813 1320 ਤੁਹਾਡਾ ਕੋਈ ਸਵਾਲ ਜਵਾਬ ਹੋਵੇ, ਤੁਸੀਂ ਜੌਲ ਸਾਹਿਬ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ ਜੀ। ਤੇ ਆਓ ਫਿਰ ਪਹਿਲੀ ਗੱਲਬਾਤ ਜੋ ਕੈਨੇਡੀਅਨ ਸੀਨੀਅਰਸ ਨੂੰ ਲੈ ਕੇ ਜੋ 75 ਈਅਰਸ ਤੋਂ ਅਬਵ ਨੇ ਜੀ, ਉਹਨਾਂ ਨੂੰ ਆਪਣੀਆਂ ਕਹਿ ਲਓ ਜੀ ਪੈਨਸ਼ਨਾਂ ਦੇ ਵਿੱਚ ਜੋ ਕਿ 올ਡ ਏਜ ਸਿਕਿਉਰਿਟੀ ਪੈਨਸ਼ਨ ਦੇ ਵਿੱਚ 10% ਦੀ ਇਨਕਰੀਜ਼ ਹੋਣ ਜਾ ਰਹੀ ਹੈ। ਆਪਾਂ ਲਾਸਟ ਵੀਕ ਖਬਰ ਸਾਂਝੀ ਕੀਤੀ ਸੀ, ਪਰੰਤੂ ਹੁਣ ਤੋਂ ਇਹ ਅਵੇਅਰ ਕੀਤਾ ਜਾ ਰਿਹਾ ਕਿ ਆਪਣੀ ਐਪਲੀਕੇਸ਼ਨਸ ਨੂੰ ਡਿਲੇ ਨਾ ਕੀਤਾ ਜਾਵੇ। ਉਹ ਯੈਸ, ਵੈਸੇ ਜਿਨ੍ਹਾਂ ਨੂੰ ਇਹ ਪੈਨਸ਼ਨ ਆਲਰੈਡੀ ਮਿਲ ਰਹੀ ਹੈ ਕਿਉਂਕਿ ਐਲੀਜੀਬਿਲਿਟੀ ਹੈ ਜਿਹੜੀ ਉਹ ਇਸ ਦੀ ਅਰਸ਼ ਉਹ ਤਾਂ 65 ਸਾਲ ਤੋਂ ਆਟੋਮੈਟਿਕਲੀ ਹੈ ਉਹ ਸ਼ੁਰੂ ਹੋ ਜਾਂਦੀ ਆ। ਅੱਛਾ, ਪਰ ਉਹ ਪੇਮੈਂਟ ਉਹਨਾਂ ਚਿਰ ਨਹੀਂ ਮਿਲਣੀ ਸ਼ੁਰੂ ਹੋਣੀ ਜਿੰਨਾ ਚਿਰ ਜਿਹੜਾ ਐਪਲੀਕੇਸ਼ਨ ਪ੍ਰੋਸੈਸ ਆ ਉਹਦੇ ਗੋ ਥਰੂ ਨਹੀਂ ਹੋਇਆ ਜਾਂਦਾ ਵੀ ਐਪਲੀਕੇਸ਼ਨ ਨਹੀਂ ਲਗਾਈ ਜਾਂਦੀ। ਉਹ ਐਪਲੀਕੇਸ਼ਨ ਜਿਹੜੀ ਹੈ ਜੀ ਪੀ ਸਰਵਿਸ ਕੈਨੇਡਾ ਕੋਲ ਜਾ ਕੇ ਲਗਾਉਂਦੇ ਨੇ ਸੀਨੀਅਰਸ, ਪਰ ਆਮ ਤੌਰ ਤੇ ਜਿਹੜਾ ਜੀ ਪੀ ਇੱਥੇ ਸੀਨੀਅਰਸ ਉਹ ਵੀ ਹੈਗੇ ਨੇ ਜਿਹੜੇ 65 ਸਾਲ ਦੀ ਉਮਰ ਦੇ ਵਿੱਚ ਮਹਿਸੂਸ ਕਰਦੇ ਆ ਵੀ ਅਸੀਂ ਪੈਨਸ਼ਨ ਦੀ ਕੋਈ ਲੋੜ ਨਹੀਂ ਆ, ਵੀ ਸਾਡਾ ਕੰਮ ਕਾਰ ਬਹੁਤ ਵਧੀਆ ਚੱਲ ਰਿਹਾ, ਸਾਡੀ ਇਨਕਮ ਆ ਰਹੀ ਹੈ ਤੇ ਪੈਨਸ਼ਨ ਤੇ ਹਜੇ ਨਹੀਂ ਜਾਣਾ। ਤੇ ਇਹ ਸੁਜੈਸਟ ਵੀ ਵੈਸੇ ਪੈਨਸ਼ਨ ਸਿਸਟਮ ਇਹੀ ਸਾਡੇ ਮੁਲਕ ਦਾ ਕਰਦਾ ਵੀ ਜੇ 70 ਸਾਲ ਦੀ ਉਮਰ ਪੂਰੀ ਕਰਕੇ ਅਪਲਾਈ ਕੀਤੀ ਜਾਵੇ ਨਾ ਪੈਨਸ਼ਨ, ਫਿਰ ਸਭ ਤੋਂ ਵੱਧ ਮਿਲਦੀ ਹੈ ਜਾਣੀ ਜੀ। ਤੇ 65 ਸਾਲ ਦੀ ਏਜ 'ਚ ਐਲੀਜੀਬਿਲਿਟੀ ਬਣ ਜਾਂਦੀ ਹੈ ਅਪਲਾਈ ਕਰਨ ਦੀ, ਪਰ ਫਿਰ ਉਹ 70 ਦੇ ਮੁਕਾਬਲੇ ਜਾਣੀ ਘੱਟ ਮਿਲਦੀ ਆ ਜੀ। ਉਸ ਲਿਹਾਜ਼ ਨਾਲ ਇਹ ਇਨਕਰੇਜ ਕੀਤਾ ਜਾਂਦਾ ਵੀ OAS ਦੀ ਜਿਹੜੀ ਐਪਲੀਕੇਸ਼ਨ ਆ ਪੈਸੇ ਬਹੁਤਾ ਇਹਦੇ ਵਿੱਚ ਡਿਲੇ ਨਹੀਂ ਕਰਨਾ ਚਾਹੀਦਾ ਵੀ ਜੇ ਐਲੀਜੀਬਿਲਿਟੀ ਬਣਦੀ ਹੋਵੇ, ਕਿਉਂਕਿ ਜੇ ਫਰਜ਼ ਕੀਤਾ ਕਿਸੇ ਨੇ 66 ਸਾਲ ਦੀ ਉਮਰ ਦੇ ਵਿੱਚ 67 ਸਾਲ ਦੀ ਉਮਰ ਦੇ ਵਿੱਚ ਅਪਲਾਈ ਕੀਤਾ ਫਿਰ ਜੇ ਉਹ ਪਿੱਛੇ ਤੱਕ ਵੀ ਰੈਟਰੋ ਐਕਟਿਵਲੀ ਪੇਮੈਂਟਸ ਲੈਣੀਆਂ ਤੇ ਵੱਧ ਤੋਂ ਵੱਧ ਜਾਣੀ ਕਿ 11 ਮਹੀਨੇ ਪਿੱਛੇ ਡਿਲੇਡ ਜਿਹੜੀਆਂ ਪੇਮੈਂਟ ਆ ਉਹ ਮਿਲ ਸਕਦੀ ਆ ਜੀ। ਬਾਕੀ ਦਾ ਜਿਹੜਾ ਸਮਾਂ ਫਿਰ ਉਹ ਨਹੀਂ ਗਿਣਿਆ ਜਾਊਗਾ। ਸੋ ਇੱਕ ਤਾਂ ਇਹ ਸਿਚੁਏਸ਼ਨ ਆ ਵੀ ਵੈਸੇ ਤਾਂ ਸੀਨੀਅਰਸ ਨੂੰ ਉਡੀਕ ਹੁੰਦੀ ਆ ਵੀ ਕਦੋਂ 65 ਸਾਲ, ਕਈ ਵਾਰੀ ਤਾਂ ਦਿਨ ਘੰਟੇ ਗਿਣੇ ਜਾਂਦੇ, ਹਫ਼ਤੇ ਗਿਣੇ ਜਾਂਦੇ ਆ ਤੇ ਪਰ ਆਪੋ ਆਪਣੀ ਸਿਚੁਏਸ਼ਨ ਹੁੰਦੀ। ਬਹੁਤ ਸਾਰੇ ਸੀਨੀਅਰਸ ਨਹੀਂ ਵੀ ਕਰਦੇ ਜਿਨ੍ਹਾਂ ਦਾ ਕਿ ਆਪਣਾ ਇਕਨੋਮਿਕਲੀ ਮਤਲਬ ਇੰਨਾ ਉਹਨਾਂ ਨੂੰ ਹਾਰਡਸ਼ਿਪਸ ਨਹੀਂ ਹੈਗੀਆਂ। ਸੋ ਇਹ ਅੱਜ ਵੀ ਇੱਕ ਤਾਂ ਇਹ ਐਪਲੀਕੇਸ਼ਨ ਕਰਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਐਨਕਰੇਜ ਕੀਤਾ ਜਾਂਦਾ ਵੀ 65 ਸਾਲ ਦੀ ਏਜ ਪੂਰੀ ਕਰ ਲਓ, ਜੇ ਤੁਹਾਡੀ ਸਿਚੁਏਸ਼ਨ ਹੈਗੀ ਤੇ ਉਹ ਅਪਲਾਈ ਕਰੋ। ਵੈਸੇ ਜੇ 70 ਸਾਲ ਦੀ ਏਜ ਤੇ ਕਰੋਗੇ ਤੇ ਫਿਰ ਉਹ ਜਿਹੜੀਆਂ ਪੇਮੈਂਟਸ ਆ ਉਹ ਬੈਟਰ ਹਾਇਰ ਹੋ ਸਕਦੀਆਂ। ਇਹ ਜਿਹੜਾ 75 ਸਾਲ ਜਾਂ ਉਸ ਤੋਂ ਬਾਅਦ ਉਮਰ ਦੇ ਜਾਣੀ ਸੀਨੀਅਰ ਦਾ ਜਿਨ੍ਹਾਂ ਨੇ ਹੁਣ 30 ਜੂਨ ਨੂੰ ਵੀ 75 ਦੇ ਹੋ ਜਾਣਾ, ਉਹਨਾਂ ਨੂੰ ਜਿਹਨਾਂ ਨੂੰ 올ਡ ਏਜ ਸਿਕਿਉਰਿਟੀ ਆਲਰੇਡੀ ਮਿਲ ਰਹੀ ਆ ਉਹਨਾਂ ਦੇ ਜਿਹੜਾ ਜੀ ਪੇਮੈਂਟਸ ਆਪਾਂ ਜਿੱਦਾਂ ਦੱਸਿਆ ਸੀ ਕਿ 10% ਤੁਸੀਂ ਕਹਿ ਰਹੇ ਹੋ ਵੀ ਇਨਕਰੀਜ਼ ਹੋਣੀ ਆ 1 ਜੁਲਾਈ ਤੋਂ।
ਇਹਦੇ ਵਿੱਚ ਫਿਰ ਇਹ ਆ ਜੀ ਵੀ ਭਾਵੇਂ ਕਿ ਚਲੋ ਇਹ ਬਹੁਤ ਵੱਡੀ ਕੋਈ ਇਨਕਰੀਜ਼ ਨਹੀਂ ਹੈਗੀ, ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਵੀ ਹਰ ਪਾਸੇ ਮਹਿੰਗਾਈ ਜਿਹੜੀ ਆ ਉਹ ਵਧੀ ਆ, ਪਰ ਚਲੋ ਮੁੱਦੇ ਨੂੰ ਕਹਿੰਦੇ ਵੀ ਤਿਣਕੇ ਦਾ ਸਹਾਰਾ, ਕੁਛ ਤੇ ਮਦਦ ਹੋਵੇਗੀ। ਬਾਕੀ ਦੇ ਜਿਹੜੇ ਮਹੀਨੇ ਰਹਿੰਦੇ ਸਾਲ 2022 ਦੇ, ਇਹਦੇ ਵਿੱਚ ਇਹਨਾਂ ਨੂੰ $766 OAS ਐਲੀਜੀਬਲ ਜਿਹੜੇ ਸੀਨੀਅਰਸ ਆ ਵੀ ਉਹਨਾਂ ਨੂੰ ਐਡੀਸ਼ਨਲ ਜਿਹੜੇ ਮਿਲ ਸਕਣਗੇ, ਤੇ ਇਹ 10% ਦੀ ਇਨਕਰੀਜ਼ ਆ ਜਿਹੜੀ ਜੀ ਪਰਮਾਨੈਂਟ ਆ। ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਵੇਂ ਐਪਲੀਕੈਂਟਸ ਵੀ ਹੋਣਗੇ ਜੀ, ਉਹਨਾਂ ਨੂੰ ਵੀ 75 ਸਾਲ ਦੀ ਏਜ ਤੋਂ ਬਾਅਦ ਆਪਣੇ ਆਪ ਹੀ ਮਿਲਣ ਲੱਗ ਪਿਆ ਕਰਨੀ ਆ। ਤੇ ਇਹਦੇ ਲਈ ਕੋਈ ਐਡੀਸ਼ਨਲ ਹੁਣ ਕੁਝ ਹੋਰ ਪੇਪਰ ਵਰਕ ਜਾਂ ਪ੍ਰੋਸੈਸ, ਕਿਤੇ ਫੋਨ ਕਾਲ ਵਗੈਰਾ ਕਰਨ ਦੀ ਲੋੜ ਨਹੀਂ। ਆਪਣੇ ਆਪ ਹੀ ਜਿਹਨਾਂ ਨੂੰ ਅਕਾਊਂਟਸ ਜਾਂ ਚੈੱਕ ਮਿਲਦੇ ਆ ਉਹ ਇਸ ਇਨਕਰੀਜ਼ ਦੇ ਨਾਲ 1 ਜੁਲਾਈ ਤੋਂ ਸ਼ੁਰੂ ਹੋ ਜਾਣਗੇ। ਲੈਂਦੇ ਪਹਿਲੀ ਕਾਲ ਆਨ ਦੀ 에ਅਰ। ਸਤਿ ਸ਼੍ਰੀ ਅਕਾਲ ਕਾਲਰ। ਸਤਿ ਸ੍ਰੀ ਅਕਾਲ ਜੀ ਚਾਵਲਾ ਸਾਹਿਬ, ਕੀ ਹਾਲ ਜੀ? ਜੋਬ ਸਾਹਿਬ ਬਹੁਤ ਵਧੀਆ ਜੀ, ਤੁਸੀਂ ਸੁਣਾਓ। ਠੀਕ ਹੈ ਜੀ। ਮੈਂ ਪਹਿਲਾਂ ਕਹਿ ਦਿੰਦਾ ਜੀ, ਮੇਰੇ ਵਿਚਾਰ ਆਪਣੇ ਆ। ਦੇਖੋ ਤੁਸੀਂ ਹੁਣ ਭਾਜੀ ਨੇ ਕਿਹਾ ਵੀ 10% ਇਨਕਰੀਜ਼ ਪੈਨਸ਼ਨ 'ਚ ਹੋਇਆ, ਠੀਕ ਹੈ ਜੀ। ਜਿਹੜਾ ਬੰਦਾ 6 days a week ਸਵੇਰ ਨੂੰ ਉੱਠ ਕੇ ਕੰਮ ਤੇ ਜਾਂਦਾ, what's there for him? ਮੈਨੂੰ ਕੰਪਨੀ 'ਚ 38 ਸਾਲ ਹੋ ਗਏ ਕੰਮ ਕਰਦੇ ਨੂੰ। they just gave us 30 cent ਕੋਲਾ ਕੋਸਟ ਆਫ ਲਿਵਿੰਗ ਅਲਾਊਂਸ, ਰਾਈਟ? ਜਿਹੜਾ ਬੰਦਾ ਕੰਮ ਕਰਦਾ ਉਹਨੂੰ ਪੈਸੇ ਵੀ ਮਿਲੇ, ਉਹਦੇ ਵਧਣੇ ਚਾਹੀਦੇ ਆ ਤਾਂ ਕਿ ਹੀ ਪੇਜ਼ ਟੈਕਸਸ, ਠੀਕ ਹੈ ਨਾ। ਉਹ ਜਦ ਉਹਦੇ ਪੈਸੇ ਨਹੀਂ ਵਧੂਗੇ ਤੇ ਪੈਨਸ਼ਨਾਂ ਵਾਲਿਆਂ ਨੂੰ ਤੁਸੀਂ ਰੇਜ਼ ਦੇਈ ਜਾਂਦੇ 10%, ਇਟ ਡਸਨਟ ਮੇਕ ਸੈਂਸ। ਜਿਹੜਾ ਬੰਦਾ ਸਵੇਰ ਨੂੰ ਉੱਠ ਕੇ ਢੂਈ ਚੜਾਉਣ ਜਾਂਦਾ, 6 ਦਿਨ ਉੱਠਦਾ, ਥਿੰਕ ਅਬਾਊਟ ਹਿਮ ਟੂ। ਜੀ ਜਲ ਸਾਹਿਬ, ਸਭ ਲਈ ਇੱਕੋ ਜਿਹਾ ਹੋਣਾ ਚਾਹੀਦਾ। ਤੁਸੀਂ ਗੈਸ ਦੀਆਂ ਪ੍ਰਾਈਸਾਂ ਦੇਖ ਲਓ, ਫੂਡ ਦੀਆਂ ਦੇਖ ਲਓ, ਐਂਡ ਕੰਪਨੀਆਂ ਨਹੀਂ ਪੈਸੇ ਦੇ ਰਹੀਆਂ। ਦੂਜੇ ਪਾਸੇ ਭਰ ਗੱਫੇ ਬਣਨ ਲੱਗੇ, ਕਦੀ ਯੂਕਰੇਨ ਨੂੰ ਦਿੱਤਾ 100 ਮਿਲੀਅਨ, ਕਦੀ ਕਿਤੇ ਦਿੱਤਾ, ਕਦੀ ਕਿਤੇ ਦਿੱਤਾ। I think we are going in the wrong direction। ਮੇਰੇ ਆਪਣੇ ਵਿਚਾਰ ਹੈ। ਥੈਂਕ ਯੂ ਸਰ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਵਿਚਾਰ। ਨਹੀਂ ਜੀ, ਇਹਨਾਂ ਦੀ ਪੀੜਾ ਦਰਦ ਜਿਹੜੀ ਆ ਉਹ ਸਮਝ ਆਉਂਦੀ ਆ। ਵਰਕਿੰਗ ਕਲਾਸ ਦੇ ਵਿੱਚ ਜੋ ਇਸ ਵੇਲੇ ਅਨਰੈਸਟ ਆ ਨਾ, ਇਹ ਮਹਿੰਗਾਈ ਦੇ ਸਿਲਸਿਲੇ ਦੇ ਵਿੱਚ, ਤੇ ਜਿਹੜੀ ਸਟੈਗਨੈਂਟ ਇਨਕਮ, ਉਹ ਬਹੁਤ ਵੱਡਾ ਇਸ਼ੂ ਆ। ਦੂਸਰੇ ਪਾਸੇ ਸਾਡੇ ਪ੍ਰਾਈਮ ਮਿਨਿਸਟਰ ਵੀ, ਮੰਤਰੀ ਸਾਹਿਬ ਵੀ ਸਾਰੇ ਵਿਦੇਸ਼ਾਂ ਨੂੰ ਹੀ ਲਗਭਗ ਤੁਰੇ ਹੋਏ ਹੁੰਦੇ ਆ। ਪਿਛਲੇ ਮਹੀਨਿਆਂ ਤੋਂ ਅਸੀਂ ਦੇਖ ਰਹੇ ਹਾਂ, ਕਦੇ ਯੂਰਪ ਨੂੰ ਚੱਲ ਗਏ, ਯੂਕਰੇਨ ਨੂੰ ਚੱਲ ਗਏ, ਹੁਣੇ ਅਮਰੀਕਾ ਤੋਂ ਆਏ ਸੀ, ਅੱਜ ਫਿਰ ਅਫਰੀਕਾ ਪਹੁੰਚ ਗਏ ਆ, ਤੇ ਹੁਣ 10 ਦਿਨ ਦਾ ਵਿਦੇਸ਼ ਟੂਰ ਆ ਜਿਹੜਾ ਜਸਟਨ ਟਰੂਡੋ ਹੋਣਾ ਦਾ ਚੱਲੀ ਜਾਣਾ। ਕੁੱਲ ਮਿਲਾ ਕੇ ਜਾਣੀ ਕਿ ਕੰਟਰੀ ਦੇ ਲੋਕ ਇਹ ਮਹਿਸੂਸ ਕਰ ਰਹੇ ਆ ਵੀ ਮਹਿੰਗਾਈ ਦੀ ਚੱਕੀ ਦੇ ਵਿੱਚ ਪਿਸਦੇ ਆ। ਇਸ ਵੇਲੇ ਆਪਣੀ ਜਿਹੜੀ ਫੋਰਨ ਪਾਲਿਸੀ ਆ ਉਧਰ ਧਿਆਨ ਗਵਰਨਮੈਂਟ ਦਾ ਸਾਰਾ ਲੱਗਾ ਹੋਇਆ ਹੈ। ਚੁਣਿਆ ਭਾਵੇਂ ਘੱਟ ਗਿਣਤੀ ਦੇ ਵਿੱਚ ਸੀਗਾ, ਪਰ ਉੱਥੇ ਜਾ ਕੇ ਐਗਰੀਮੈਂਟ ਕਰਕੇ ਦੂਜੀ ਪਾਰਟੀ ਦੇ ਨਾਲ ਤੇ ਹੁਣ ਬਹੁਮਤ ਬਣਾ ਲਿਆ, ਤੇ ਹੁਣ 2025 ਤੱਕ ਤੇ ਜਿਨ੍ਹਾਂ ਨੇ ਚੁਣ ਕੇ ਭੇਜਿਆ ਸੀ ਉਹਨਾਂ ਦੀ ਖਬਰਸਾਰ ਲੈਣ ਦੀ ਲੋੜ ਨਹੀਂ ਰਹਿ ਗਈ, ਕਿਉਂਕਿ ਉਹਨਾਂ ਦੀ ਜ਼ਰੂਰਤ ਹੀ ਨਹੀਂ ਹੈ। ਸੋ ਇਸ ਕਰਕੇ ਅਜੀ ਵੀ ਹੁਣ ਇਹ ਦੇਸ਼ ਦੇ ਲੋਕ ਆਪਣੇ ਆਪ ਨੂੰ ਇਗਨੋਰਡ ਜ਼ਰੂਰ ਫੀਲ ਕਰ ਰਹੇ ਆ। ਪਰ ਜਿੱਦਾਂ ਆਪਾਂ ਕੱਲ੍ਹ ਦੱਸਿਆ ਸੀਗਾ ਕਿ ਫਾਈਨੈਂਸ ਮਿਨਿਸਟਰ ਕਹਿੰਦੇ ਆ ਵੀ ਸਾਡੀ ਨਜ਼ਰ ਆ, ਕੁਝ ਜ਼ਿਆਦਾ ਕਰਨਾ ਚਾਹੁੰਦੇ ਆ। ਜੀ ਬਿਲਕੁਲ, ਨਵਾਂ ਕੀ ਕਰਦੇ ਆ ਜਾਂ ਕੁਝ ਕਰਦੇ ਵੀ ਆ ਕਿ ਨਹੀਂ ਜੀ। ਪਰ ਜਿਹੜਾ ਇਹਨਾਂ ਨੇ ਕਿਹਾ ਨਾ ਕਿ ਜਿਹੜੇ ਢੂਈ ਤੜਾਉਣ ਜਾਂਦੇ ਆ, ਕਿ ਜਿਨ੍ਹਾਂ ਨੂੰ ਜਾਣੀ ਇਹ ਪੈਨਸ਼ਨ ਮਿਲਦੀ ਆ, ਉਹਨਾਂ ਨੇ ਵੀ ਢੂਈ ਤੜਾਈਓ ਹੁੰਦੀ ਆ ਪਹਿਲਾਂ, ਹਨਾ। ਤੇ ਇਹ ਸਾਡਾ ਮੁਲਕ ਆ ਜਿਹੜਾ ਜੀ ਵੀ ਇਹ ਰਾਈਟ ਦਿੰਦਾ ਹਰ ਵਰਕਰ ਨੂੰ, ਹਰ ਕੈਨੇਡੀਅਨ ਸਿਟੀਜ਼ਨ ਨੂੰ, ਰੈਜ਼ੀਡੈਂਟ ਨੂੰ, ਕਿ ਉਹ ਇਹ ਪੈਨਸ਼ਨ ਦੇ ਲਈ ਐਲੀਜੀਬਲ ਹੈ। ਬਿਲਕੁਲ। ਤੇ ਦੂਸਰਾ ਇਹ ਆ ਵੀ ਇਹ ਜਿਹੜੇ ਸੀਨੀਅਰਸ ਪੈਨਸ਼ਨ ਦੇ ਉੱਤੇ ਹੁੰਦੇ ਆ ਨਾ, ਕਿ ਜਿੰਨੀ ਕਿ ਇਹਨਾਂ ਨੂੰ ਮੰਥਲੀ ਮਿਲਦੀ ਆ ਉਨੇ ਕੁ ਨਾਲ ਕੋਈ ਗੁਜ਼ਾਰਾ ਕਰਕੇ ਨਹੀਂ ਹੁੰਦਾ ਜੀ। ਸੋ ਇਹ 10% ਦੀ ਇਨਕਰੀਜ਼ ਉਹਨਾਂ ਨੂੰ ਮਿਲ ਗਈ ਆ। ਇਹਦੇ ਤੇ ਚਲੋ ਸਾਨੂੰ ਥੈਂਕ ਯੂ ਕਰਨਾ ਚਾਹੀਦਾ ਜਿਹੜੇ ਇਹ ਦੇਣਗੇ ਵੱਧ, ਤੇ ਸੀਨੀਅਰਸ ਜਿਹੜੇ ਜੀ ਪੀ ਉਹਨਾਂ ਦੇ ਲਈ ਆਪਾਂ ਨੂੰ ਸਪੋਰਟਿਵ ਹੋਣਾ ਚਾਹੀਦਾ, ਕਿਉਂਕਿ ਉਹ ਸਾਡੇ ਨਾਲੋਂ ਪਹਿਲਾਂ ਉਹਨਾਂ ਨੇ ਇਸ ਕੰਟਰੀ ਦੇ ਲਈ ਕੰਟਰੀਬਿਊਟ ਕੀਤਾ, ਤੇ ਅਸੀਂ ਫਿਰ ਉਸ ਲਿਹਾਜ਼ ਨਾਲ ਹੁਣ ਆ ਕੇ ਬਾਰੀ ਆਪੋ ਆਪਣੀ ਹੈ ਜੀ। ਸੋ ਸਾਰਿਆਂ ਨੂੰ ਹੀ ਮੈਂ ਸਮਝਾਂਗਾ ਜੀ ਵੀ ਇਨਕਰੀਜ਼ ਜਿਹੜੀ ਆ, ਜੋ ਵੀ ਲਾਈਫ ਉਹਨਾਂ ਦੀ ਈਜ਼ੀਅਰ ਹੋਣੀ ਚਾਹੀਦੀ ਆ, ਵਰਕਰਸ ਦੀ ਵੀ ਹੋਣੀ ਚਾਹੀਦੀ ਆ, ਬਿਜ਼ਨਸ ਓਨਰਸ ਦੀ ਵੀ ਹੋਣੀ ਚਾਹੀਦੀ ਆ। ਪਰ ਇੱਕ ਜੇ ਕਲਾਸ ਦੀ ਕਹਿ ਲਓ ਵੀ ਗਰੁੱਪ ਦਾ ਜੇ ਉਹਨਾਂ ਨੂੰ ਇਨਕਰੀਜ਼ ਮਿਲਦੀ ਆ, ਰਿਲੀਫ ਮਿਲਦੀ ਆ, ਤੇ ਉਹਦੇ ਤੇ ਆਪਾਂ ਚਲੋ ਪਰੇਸ਼ਾਨ ਨਹੀਂ ਹੋਣਾ ਜੀ। ਉਹਦੇ ਲਈ ਆਪਾਂ ਥੈਂਕ ਯੂ ਕਰਨਾ, ਉਹਦੇ ਲਈ ਆਪਾਂ ਜਿਹੜਾ ਜੀ ਵੀ ਸ਼ੁਕਰਗੁਜ਼ਾਰ ਹੋਣਾ। ਪਰ ਇਹਦੇ ਨਾਲ ਹੀ ਜਾਣੀ ਕਿ ਵੀ ਗਾਂ ਆਪਾਂ ਆਪਣੀ ਫਾਈਟ ਵੀ ਜਾਰੀ ਰੱਖਣੀ ਆ ਵੀ ਸਾਰਿਆਂ ਨੂੰ ਜਿਹੜਾ ਜੀ ਵੀ ਇਸ ਮੁਲਕ ਦੇ ਵਿੱਚ ਲਾਈਫ ਆਪਣੀ ਈਜ਼ੀ ਕਰਨ ਦੇ ਲਈ ਗਵਰਨਮੈਂਟ ਜਿਹੜਾ ਜੀ ਵੀ ਇਕੁਅਲੀ ਆਪਣਾ ਕੰਟਰੀਬਿਊਟ ਕਰੇ, ਉਹ ਮਤਲਬ ਖਿਆਲ ਰੱਖੇ ਵਰਕਿੰਗ ਕਲਾਸ ਦਾ ਵੀ, ਤੇ ਖਾਸ ਤੌਰ ਤੇ ਜਿਹੜੇ ਵੀ ਪ੍ਰਾਈਵੇਟ ਬਿਜ਼ਨਸਿਸ ਆ ਉਹ ਤੇ ਜਦੋਂ ਵੀ ਆ ਸੈਲਰੀ ਮਿਨੀਮਮ ਵੱਧਦੀ ਆ ਉਦੋਂ ਹੀ ਉਹਨਾਂ ਦਾ ਰੌਲਾ ਹੁੰਦਾ ਵੀ ਨਹੀਂ ਜੀ ਇਹ ਸਾਡੇ ਕੋਲ ਦਿੱਤੀਆਂ ਨਹੀਂ ਜਾਣੀਆਂ ਜੀ। ਤੇ ਕੁੱਲ ਮਿਲਾ ਕੇ ਜਾਣੀ ਕਿ ਆਪਾਂ ਦੇਖਦੇ ਹਾਂ ਵੀ ਆਹ ਮਹਿੰਗਾਈ ਇਨਫਲੇਸ਼ਨ ਜਿੰਨੀ ਮਰਜ਼ੀ ਵਧੀ ਹੋਈ ਆ, ਪਰ ਸਟੋਰਾਂ ਵਾਲੇ ਜਿਹੜੇ ਆ ਉਹਨੂੰ ਕੋਈ ਘਾਟਾ ਥੋੜ੍ਹਾ ਪੈ ਰਿਹਾ, ਉਹਦੇ ਅੱਗੇ ਨਾਲੋਂ ਵੱਧ ਪ੍ਰੋਫਿਟ ਬਣਾ ਰਹੇ ਆ ਜੀ। ਸੋ ਇਸ ਕਰਕੇ ਇਹ ਹੈ ਜੀ ਵੀ ਇਹ ਥੋੜ੍ਹਾ ਜਿਹਾ ਹੁਣ ਪ੍ਰਾਈਵੇਟ ਸੈਕਟਰ ਤੇ ਤਾਂ ਗਵਰਨਮੈਂਟ ਦਾ ਕੰਟਰੋਲ ਨਹੀਂ ਹੁੰਦਾ, ਪਰ ਜਿਹੜੀ ਮਤਲਬ ਮਿਨੀਮਮ ਵੇਜ ਦਾ ਉਹਨਾਂ ਦਾ ਹੁੰਦਾ ਵੀ ਇਹ ਮਿਨੀਮਮ ਤੋਂ ਥੱਲੇ ਨਹੀਂ ਤੁਸੀਂ ਦੇ ਸਕਦੇ, ਇਹ ਤੋਂ ਵੱਧ ਜਿੰਨੀ ਮਰਜ਼ੀ ਦੇ ਦਿਓ, ਹੈ ਨਾ। ਗਵਰਨਮੈਂਟ ਦਾ ਦਖਲ ਪ੍ਰਾਈਵੇਟ ਸੈਕਟਰ 'ਚ ਉਦੋਂ ਸ਼ੁਰੂ ਹੋਣਾ ਜਦੋਂ ਉਹਨਾਂ ਨੇ
ਮਿਨੀਮਮ ਵੇਜ ਜਿਹੜੀ ਆ ਉਹ ਗਾਰੰਟੀਡ ਨਹੀਂ ਕਰਨੀ, ਉਹ ਤੋਂ ਘੱਟ ਪੇ ਕਰਨਾ ਆ। ਜੀ 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 ਇਸ ਕਰਕੇ ਵੀ ਇਹ ਪ੍ਰਾਈਵੇਟ ਸੈਕਟਰ ਦੀ ਗੱਲ ਵੱਖਰੀ ਆ, ਪਰ ਜਿਹੜਾ ਇਹ ਸਰਕਾਰ ਦੇ ਵੱਲੋਂ ਪੇ ਕੀਤਾ ਜਾਂਦਾ ਉਹ ਇਨਫਲੇਸ਼ਨ ਦੇ ਨਾਲ ਐਵਰੀ ਈਅਰ ਆਪਾਂ ਨੂੰ ਪਤਾ ਵੀ ਸੈਲਰੀਜ਼ ਜਿਹੜੀਆਂ ਉਹ ਬੈਨੀਫਿਟਸ ਆ ਉਹ ਮੈਚ ਕੀਤੇ ਜਾਂਦੇ ਆ। ਸੋ ਸੀਨੀਅਰਸ ਲਈ ਇਹ 10% ਜਿਹੜਾ ਜਿਵੇਂ ਇਨਕਰੀਜ਼ ਹੈਗਾ, ਕਿਉਂਕਿ ਪੈਨਸ਼ਨ ਜਿਹੜੀ ਅੰਡਰ ਗਵਰਨਮੈਂਟ ਕੰਟਰੋਲ ਹੈ ਜੀ। ਜੌਲ ਸਾਹਿਬ, ਸਭ ਤੋਂ ਵੱਡੀ ਅੱਜ ਕੱਲ੍ਹ ਦੀ ਖਬਰ ਚੱਲ ਰਹੀ ਕਿ ਜੋ ਡੋਮੈਸਟਿਕ ਵਾਇਲੈਂਸ ਥਾਂ ਤੇ ਡੋਮੈਸਟਿਕ ਵਾਇਲੈਂਸ ਹੋ ਰਹੀਆਂ ਨੇ ਜੀ, ਐਂਡ ਡੋਮੈਸਟਿਕ ਵਾਇਲੈਂਸ ਕਰਨ ਤੋਂ ਬਾਅਦ ਜਦੋਂ ਬੰਦਾ ਜੇਲ੍ਹ 'ਚ ਜਾਂਦਾ ਤਾਂ ਫਿਰ ਬੇਲ ਤਾਂ ਰਾਈਟ ਵੇ ਹੋ ਜਾਂਦੀ ਆ। ਹਾਲ ਹੀ ਦੇ ਵਿੱਚ ਤੁਸੀਂ ਇੱਕ ਪੋਸਟ ਵੀ ਪਾਈ ਹੈ ਕਿ ਪ੍ਰੀਵੀਅਸਲੀ ਇੱਕ ਹਸਬੈਂਡ ਨੇ ਆਪਣੀ ਵਾਈਫ ਨੂੰ ਮਾਰਿਆ ਤੇ ਉਹ ਵੀ ਬੇਲ ਦੇ ਉੱਤੇ ਬਾਹਰ ਆ ਗਿਆ ਜੀ। ਸੋ ਬੇਲ ਬੇਸਿਕਲੀ ਇੱਕ ਪੀਸ ਆਫ ਪੇਪਰ ਹੀ ਹੈ ਜੀ। 2 ਹਸਬੈਂਡ ਆ ਜੀ ਇਸ ਵੀਕਐਂਡ ਤੇ ਹੋਏ ਵੈਸੇ ਹਜੇ। ਓ ਵਾਓ। 2 ਹਸਬੈਂਡਸ ਨੇ ਮਾਰੀਆਂ ਆਪਣੀਆਂ ਪਾਰਟਨਰਸ ਕਹਿ ਲਓ, ਵਾਈਫਸ ਕਹਿ ਲਓ, ਟੋਰਾਂਟੋ ਦੇ ਵਿੱਚ ਤੇ ਬਰੈਂਪਟਨ ਦੇ ਵਿੱਚ। ਓ ਵਾਓ। ਇਹ ਇਸੇ ਨੰਗੇ ਵੀਕਐਂਡ ਦੇ ਦੌਰਾਨ, ਤੇ ਦੋਨਾਂ ਦੀ ਜਾਣੀ ਸਿਚੁਏਸ਼ਨ ਲਗਭਗ ਇੱਕੋ ਜਿਹੀ ਸੀਗੀ ਵੀ ਡੋਮੈਸਟਿਕ ਵਾਇਲੈਂਸ ਸੀ। ਆਪਾਂ ਗੱਲ ਕਰਦੇ ਹੀ ਹੁੰਦੇ ਆ ਵੀ ਜਿੱਦਾਂ ਵੀ ਅੱਜ ਕੱਲ੍ਹ ਆਈ ਲਵ ਯੂ ਵੀ ਵੱਟਦੀ ਆ ਤੇ ਆਈ ਹੇਟ ਯੂ ਵੀ ਵੱਟਦੀ ਆ, ਵੀ ਕਿਸੇ ਉਸ ਪਰਸਨ ਨੂੰ ਤੁਸੀਂ ਮਰਡਰ ਕਰ ਸਕਦੇ ਹੋ, ਕਤਲ ਕਰ ਸਕਦੇ ਹੋ, ਜਿਹਨੂੰ ਕਿਸੇ ਦਿਨ ਬੜੇ ਪਿਆਰ ਦੇ ਨਾਲ ਤੁਸੀਂ ਕਿਹਾ ਸੀ ਵੀ ਆਈ ਲਵ ਯੂ, ਮੇਰਾ ਤੇ ਤੇਰੇ ਬਿਨਾਂ ਸਰਨਾ ਹੀ ਨਹੀਂ ਹੈ। ਸੋ ਹੁਣ ਜਾਣੀ ਕਿ ਵੀ ਫਿਰ ਜੇਲ੍ਹ ਦੇ ਵਿੱਚ ਪਤਾ ਨਹੀਂ ਕਿੱਦਾਂ ਸਰਦਾ ਹੋਊਗਾ। ਲੇਕਿਨ ਕਿ ਇਹ ਹੈ ਨਾ ਜੀ ਵੀ ਇਹ ਡੋਮੈਸਟਿਕ ਵਾਇਲੈਂਸ ਆਪਾਂ ਸਦਾ ਗੱਲ ਕਰਦੇ ਹਾਂ ਵੀ ਘਰਾਂ ਦੇ ਵਿੱਚ, ਬਾਹਰੋਂ ਤਾਂ ਹੁਣ ਘਰ ਦੇਖਣ ਨੂੰ ਬੜੇ ਖੂਬਸੂਰਤ ਤੇ ਸ਼ਾਨੋ ਸ਼ੌਕਤ ਵਾਲੇ ਲੱਗਣਗੇ ਇਮਾਰਤਾਂ, ਪਰ ਅੰਦਰ ਉਹਦੇ ਰਹਿੰਦੇ ਲੋਕਾਂ ਦੇ ਜਿਹੜੇ ਹਿਰਦੇ ਆ ਉਹ ਕਲੇਸ਼ਾਂ ਦੇ ਨਾਲ ਕਿੱਦਾਂ ਰੜਦੇ ਹੋ ਸਕਦੇ ਆ, ਉਹ ਘਟਨਾਵਾਂ ਫਿਰ ਦੱਸ ਦਿੰਦੀਆਂ ਇੱਦਾਂ ਦੀਆਂ। ਸੋ ਇਸ ਕਰਕੇ ਇਹ ਆ ਜੀ ਵੀ ਇਹ ਬੇਲ ਕੰਡੀਸ਼ਨ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਪੀਸ ਆਫ ਪੇਪਰ ਹੀ ਲੱਗਦਾ ਵੀ ਉੱਥੇ ਹੱਥ ਜੋੜ ਕੇ ਸਿਰ ਨਵਾ ਕੇ ਅੰਦਰ ਹਾਂਜੀ ਹਾਂਜੀ ਜੱਜ ਦੇ ਸਾਹਮਣੇ ਕਰਕੇ ਇੱਕ ਵਾਰੀ ਇਹਨਾਂ ਦੀ ਜਿਹੜੀ ਇਹ ਸਸਪੈਕਟ ਜਾਂ ਕ੍ਰਿਮੀਨਲਸ ਹੁੰਦੇ ਆ ਵੀ ਨਿਕਲਣ ਦੀ ਹੁੰਦੀ ਆ, ਤੇ ਇਹਨਾਂ ਦੇ ਜਿਹੜੇ ਘਰ ਦੇ ਜੀ ਆ ਵੀ ਜਾਣੇ ਕਾਰਾਂ ਭਰ ਕੇ ਉੱਥੇ ਗਏ ਹੁੰਦੇ ਜਾਂ ਗਈਆਂ ਹੁੰਦੀਆਂ ਕਰਾਉਣ ਦੇ ਲਈ ਬੇਲ, ਵੀ ਉਨੀ ਤਕਲੀਫ ਜਾਣੀ ਅੰਦਰ ਗਏ ਬੰਦੇ ਨੂੰ ਨਹੀਂ ਹੁੰਦੀ ਜਿੰਨੀ ਬਾਹਰ ਬੈਠਿਆਂ ਨੂੰ ਹੁੰਦੀ ਹੈ ਵੀ ਕਿਤੇ ਅੰਦਰ ਹੁਣ ਇਹਨੂੰ ਰਹਿਣਾ ਨਾ ਪੈ ਜਾਏ ਕਿਤੇ ਅੰਦਰ। ਹਾਂਜੀ। ਸੋ ਆਪਣੇ ਜਾਣੀ ਘਰ ਦਾ ਜੀ ਜਿਹੜਾ ਕ੍ਰਿਮੀਨਲ ਹੋਇਆ ਉਹਦੇ ਮਗਰ ਭੱਜ ਫਿਰ ਕੇ ਜਾਣੀ ਕਿ ਇਹ ਜ਼ਮਾਨਤਾਂ ਕਰਾਉਣੀਆਂ, ਉਹਦੇ ਨਾਲ ਉਹਨੂੰ ਬੜੀ ਇਨਕਰੇਜਮੈਂਟ ਮਿਲਦੀ ਆ ਵੀ ਮੈਂ ਸ਼ਾਇਦ ਕੋਈ ਬਹੁਤ ਚੰਗਾ ਹੀ ਚੰਦ ਚਾੜ ਕੇ ਆਏ ਆ, ਜਿਹੜਾ ਇਹ ਮੇਰੇ ਮਗਰ ਭੱਜੇ ਫਿਰਦੇ ਕਾਰਾਂ ਭਰ ਕੇ ਤੇ ਚੈੱਕ ਲਿਖ ਦਿੰਦੇ ਵਕੀਲਾਂ ਨੂੰ। ਉਹ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਜਿਹੜਾ ਬੇਲ ਪੇਪਰ ਆ ਵੀ ਉਹਦੇ ਵਿੱਚ ਕਾਫੀ ਸਾਰੀ ਤੁਹਾਨੂੰ ਪਤਾ ਹੀ ਆ ਵੀ ਜਿਹੜੀਆਂ ਸ਼ਰਤਾਂ ਆ, ਕੰਡੀਸ਼ਨਸ ਲੱਗੀਆਂ ਹੁੰਦੀਆਂ, ਉਹਦੇ ਵਿੱਚ ਮੇਨ ਕੰਡੀਸ਼ਨ ਇਹੀ ਹੁੰਦੀ ਆ ਵੀ ਜਿਹੜਾ ਵਿਕਟਮ ਆ ਉਹਦੇ ਨੇੜੇ ਇੰਨੀ ਦੂਰ ਰਹਿਣਾ, ਉਹ ਤੋਂ ਲਾਗੇ ਨਹੀਂ ਜਾਣਾ ਆ ਜੀ। ਹੁਣ ਉਹ ਮਤਲਬ ਦੂਰ ਤਾਂ ਕੀ ਰਹਿਣਾ ਸੀਗਾ, ਇਹ ਤੇ ਜਾ ਕੇ ਕਤਲ ਕਰ ਦਿੱਤਾ ਇਹਨਾਂ ਦੋਨਾਂ ਨੇ। ਮਤਲਬ ਜਿਹੜਾ ਇਹਨਾਂ ਤੇ ਕੇਸ ਬਣਿਆ ਸੀਗਾ ਵੀ ਵਿਕਟਮ ਘਰ ਦੇ ਵਿੱਚ ਲੜਾਈ ਆ ਤੇ ਉਹਨੂੰ ਜੇਲ੍ਹ ਚੋਂ ਆ ਕੇ ਦੋਨਾਂ ਨੇ ਜਾਣੀ ਕਿ ਮਾਰ ਦਿੱਤਾ। ਦੋਨਾਂ ਦਾ ਆਪਸ ਵਿੱਚ ਕਨੈਕਸ਼ਨ ਵੀ ਹਜੇ ਕੋਈ ਨਹੀਂ ਗਾ ਵੀ ਜਾਣੀ ਇੱਕ ਟੋਰਾਂਟੋ 'ਚ ਘਟਨਾ ਵਾਪਰੀ ਆ, ਇੱਕ ਬਰੈਂਪਟਨ ਦੇ ਵਿੱਚ ਵਾਪਰੀ ਆ। ਹੁਣ ਟੋਰਾਂਟੋ ਦੇ ਵਿੱਚ ਤਾਂ ਜਿਹੜੀ ਔਰਤ ਦਾ ਮਰਡਰ ਕੀਤਾ ਉਹਦੇ ਹਸਬੈਂਡ ਨੇ, ਇਹ ਬੈਟਰ ਲਾਈਫ ਲਈ 3 ਸਾਲ ਪਹਿਲਾਂ ਅਜੇ ਹੰਗਰੀ ਤੋਂ ਯੂਰਪ ਤੋਂ ਇੱਥੇ ਆ ਕੇ ਰਿਫਿਊਜੀ ਬਣਿਆ ਸੀਗਾ। ਪਰਿਵਾਰ ਕੈਨੇਡਾ ਦੇ ਵਿੱਚ ਆ ਕੇ ਰਿਫਿਊਜੀ ਬਣਿਆ ਸੀਗਾ ਤੇ ਹੁਣ 3 ਬੱਚੇ ਆ, ਮਾਂ ਕਤਲ ਕਰਕੇ ਵਾਈਫ ਨੂੰ, ਤੇ ਹਸਬੈਂਡ ਜੇਲ੍ਹ ਵਿੱਚ ਹੈ ਤੇ ਜੇਲ੍ਹ ਵਿੱਚ ਉਹ ਪਹਿਲੀ ਵਾਰੀ ਨਹੀਂ ਗਿਆ। ਸੋ ਇਸ ਕਰਕੇ ਇਹ ਆ ਵੀ ਜੀਵਨ ਦੀਆਂ ਘੁੰਮਣ ਘੇਰੀਆਂ ਫਿਰ ਸਾਡੀਆਂ ਕਦੇ ਸਮਾਪਤ ਥੋੜ੍ਹਾ ਹੋ ਸਕਦੀਆਂ ਜੇ ਅਸੀਂ ਏਦਾਂ ਹੀ ਕਰੀ ਤੁਰੇ ਜਾਣਾ, ਹਨਾ। ਮਤਲਬ ਬਹੁਤ ਵਾਰੀ ਨਾ ਇੱਥੇ ਆ ਕੇ ਲੋਕਾਂ ਨੂੰ ਇਹ ਸ਼ਿਕਾਇਤ ਹੁੰਦੀ ਆ ਵੀ ਕੈਨੇਡਾ ਇਸ ਕਰਕੇ ਮਾੜਾ ਦੇਸ਼ ਆ ਵੀ ਇੱਥੇ ਔਰਤਾਂ ਦੇ ਜ਼ਿਆਦੇ ਹੱਕ ਆ, ਪਰ ਇਹ ਅਕਲ ਦੇ ਖੁੰਨੇ ਖੋਲਣੇ ਚਾਹੀਦੇ ਆ ਵੀ ਜ਼ਿਆਦੇ ਵੱਧ ਘੱਟ ਹੱਕ ਕਿਸੇ ਦੇ ਨਹੀਂ ਗੇ। ਬਰਾਬਰ ਹੀ ਆਦਮੀ ਹੋਵੇ ਜਾਂ ਔਰਤ ਹੋਵੇ, ਰਾਈਟਸ ਕਾਨੂੰਨ ਕੋਈ ਔਰਤਾਂ ਲਈ ਵੱਖਰੇ ਨਹੀਂ ਹੈਗੇ, ਆਦਮੀਆਂ ਲਈ ਵੱਖਰੇ ਨਹੀਂ ਹੈਗੇ। ਹਾਂ, ਵਿਕਟਮਸ ਤੇ ਸਸਪੈਕਟਸ ਲਈ ਜ਼ਰੂਰ ਜਿਹੜੀ ਲੀਗਲ ਸਪੋਰਟ ਆ ਉਹ ਇਕੁਅਲ ਆ, ਪਰ ਉਹ ਮਿਲਣੀ ਉਹਨੂੰ ਆ ਜਿਹੜਾ ਵਿਕਟਮ ਹੋਊਗਾ। ਹੁਣ ਕਿਉਂਕਿ ਮਰਦ ਪ੍ਰਧਾਨਾਂ ਸਮਾਜਾਂ ਦੇ ਵਿੱਚ ਇਹ ਹੁੰਦਾ ਵੀ ਉੱਥੇ ਔਰਤਾਂ ਕੁੱਟ ਖਾਈ ਜਾਂਦੀਆਂ ਤੇ ਸਾਡੇ ਦਿਮਾਗਾਂ 'ਚ ਉਹ ਹਨੇਰਾ ਘੁੱਪ ਉਦਾਂ ਹੀ ਵਸਿਆ ਹੁੰਦਾ ਵੀ ਇੱਥੇ ਵੀ ਉਹ ਖਾਈ ਜਾਣ ਕੁੱਟ। ਹੁਣ ਇੱਥੇ ਬਦਲੇ ਹੋਏ ਹਾਲਾਤਾਂ ਦੇ ਵਿੱਚ ਜਦੋਂ ਇਕਨੋਮਿਕਲੀ ਔਰਤਾਂ ਕੰਮ ਕਰ ਰਹੀਆਂ ਬਰਾਬਰ ਤੇ ਉਹਨਾਂ ਦੇ ਕੋਲ ਇਕਨੋਮਿਕ ਫਰੀਡਮ ਆ, ਸਾਡੇ ਉੱਥੇ ਅਫਗਾਨਿਸਤਾਨ, ਇੰਡੀਆ, ਪਾਕਿਸਤਾਨ ਵਿੱਚ ਨਹੀਂ ਆ ਉਹਨਾਂ ਕੋਲ ਇਕਨੋਮਿਕ ਫਰੀਡਮ, ਇਸ ਕਰਕੇ ਉਹ ਚੁੱਪ ਕਰਕੇ ਕੁੱਟ ਖਾਈ ਜਾਂਦੀਆਂ। ਇੱਥੇ ਫਿਰ ਜਦੋਂ ਉਹ ਨਹੀਂ ਖਾਂਦੀਆਂ ਫਿਰ ਸਾਨੂੰ ਤਕਲੀਫ ਹੁੰਦੀ ਆ ਬੰਦਿਆਂ ਨੂੰ ਜੀ, ਹੈ ਤੇ ਫਿਰ ਸਾਨੂੰ ਲੱਗਦਾ ਜਦੋਂ ਉਹਨਾਂ ਨੂੰ ਲੀਗਲ ਸਪੋਰਟ ਮਿਲਦੀ ਆ ਵੀ ਇਹਨਾਂ ਦੇ ਹੱਕ ਜ਼ਿਆਦੇ ਆ। ਉਹਨਾਂ ਦੇ ਭਾਈ ਹੱਕ ਨਹੀਂ ਜ਼ਿਆਦੇ, ਉਹ ਤਾਂ ਜੇ ਕਿਸੇ ਬੰਦੇ ਨੂੰ ਕੁੱਟ ਪਾਊਗੀ ਤੇ ਔਰਤ ਦਾ ਵੀ ਉਹਨਾਂ ਨੇ ਉਹੀ ਹਾਲ ਕਰਨਾ ਜੋ ਬੰਦੇ ਦਾ ਕੀਤਾ ਜਾਂਦਾ। ਪਰ ਹੁਣ ਕਿਉਂਕਿ ਸੱਚਾਈ ਸਮਾਜ ਦੀ ਇਹ ਆ ਵੀ ਉਹ ਮਤਲਬ ਜ਼ਿਆਦਾ ਦਬਲਿਆ ਕੁਚਲਿਆ ਜਾਂਦਾ ਹੀ ਔਰਤ ਨੂੰ ਵਾਇਲੈਂਸ ਦੇ ਨਾਲ। ਸੋ ਇਸ ਕਰਕੇ ਫਿਰ ਉਹ ਜਦੋਂ ਕੇਸ ਬਣਨਾ ਤੇ ਨੈਚੁਰਲੀ ਫਿਰ ਉਹ ਬੰਦਿਆਂ ਤੇ ਹੀ ਬਣਨਾ। ਜਾਪਣ ਪੰਜਾਬ ਦੇ ਵਿੱਚ ਉੱਥੇ ਅਫਗਾਨਿਸਤਾਨ 'ਚ ਤਾਂ ਆਪਾਂ
ਲੜਾਈ ਹੋ ਗਈ, ਥਾਣੇ ਚੱਲ ਗਏ, ਰਾਜੀਨਾਮਾ ਹੋ ਗਿਆ ਜੀ, ਕੱਪੜੇ ਝਾੜ ਕੇ ਫੇਰ ਘਰਾਂ ਨੂੰ ਆ ਗਏ ਬੜੇ ਸੋਹਣੇ। ਇੱਥੇ ਤਾਂ ਨਹੀਂ ਆ। ਤੁਸੀਂ ਚਾਰਜ ਕਿਸੇ ਨੂੰ ਫੋਨ ਕਰਕੇ ਅਰੈਸਟ ਤਾਂ ਕਰਵਾ ਸਕਦੇ ਹੋ ਜੀ, ਚਾਰਜ ਲਹਾ ਨਹੀਂ ਸਕਦੇ। ਫਿਰ ਸਾਡੇ ਲੋਕ ਕਈ ਵਾਰੀ ਚਾਰਜ ਲਹਾਉਣ ਤੁਰ ਪੈਣਗੇ, ਹੁਣ ਮੈਂ ਪਰਚਾ ਵਾਪਸ ਲੈਣਾ ਜੀ। ਇਹ ਸਿਸਟਮ ਇੱਥੇ ਵਰਕ ਨਹੀਂ ਕਰਦਾ। ਸਾਡੇ ਦਿਮਾਗਾਂ ਦਾ ਘੁੱਪ ਹਨੇਰਾ ਸਾਨੂੰ ਇੱਥੇ ਆ ਕਿ ਵੀ ਨਰਕ ਤਾਂ ਮਿਲਦਾ, ਕਿਉਂਕਿ ਅਸੀਂ ਆਪਣੇ ਦਿਮਾਗਾਂ ਦੀ ਦਰੁਸਤੀ ਨਹੀਂ ਕਰਦੇ। ਜੀ 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 ਜੀ, ਮਤਲਬ ਕਹਿਣ ਦਾ ਵੀ ਕਸੂਰ ਨਿਊਜ਼ੀਲੈਂਡ ਵਿੱਚ ਵੀ ਕੱਢ ਲਏ, ਨੁਕਸ ਕੱਢ ਲਏ, ਆਸਟ੍ਰੇਲੀਆ 'ਚ ਵੀ, ਯੂਰਪ 'ਚ ਵੀ ਕੱਢ ਲਏ, ਅਮਰੀਕਾ ਕੈਨੇਡਾ 'ਚ ਵੀ ਕੱਢ ਲਏ। ਇੰਨੀਆਂ ਥਾਵਾਂ ਤੇ ਜਿਹੜਾ ਇੱਕ ਬੰਦਾ ਕੋਈ ਨੁਕਸ ਹੀ ਕੱਢੀ ਜਾਂਦਾ, ਹੋ ਸਕਦਾ ਉਹਦੇ ਆਪਣੇ ਵਿੱਚ ਹੀ ਕੋਈ ਨੁਕਸ ਹੋਵੇ, ਉਹ ਨਿਕਸ ਠੀਕ ਕਰ ਲਈਏ, ਦੁਨੀਆ ਇਹ ਠੀਕ ਹੀ ਠੀਕ ਆ। ਸੋ ਇਸ ਕਰਕੇ ਆ ਜੀ ਵੀ ਇਹ ਸਿਚੁਏਸ਼ਨ ਹੈਗੀ ਆ। ਆ ਬੇਲ ਕੰਡੀਸ਼ਨਾਂ ਨੂੰ ਸਾਡੇ ਲੋਕ ਇੱਥੇ ਸਾਨੂੰ ਪਤਾ ਹੀ ਆ ਵੀ ਆ ਕੇ ਟਿੱਚ ਜਾਣਦੇ ਆ। ਅੰਦਰ ਜਾ ਕੇ ਉੱਥੇ ਜੱਜ ਦੇ ਸਾਹਮਣੇ ਸਿਰ ਨੀਵਾਂ ਤੇ ਹੱਥ ਜੁੜੇ ਹੋਏ, ਤੇ ਬਾਹਰ ਆ ਕੇ ਕਈ ਵਾਰੀ ਉਹੀ ਆਕੜ ਫੇਰ ਹੋ ਜਾਂਦੀ ਹੈ। ਤੇ ਉਹ ਜਿਹੜੀ ਆਕੜ ਆ ਜੀ ਕਈ ਵਾਰੀ ਫੇਰ ਨਰਮੀ ਦੇ ਵਿੱਚ ਹੌਲੀ ਹੌਲੀ ਬਦਲਦੀ ਆ। ਉਦੋਂ ਤੱਕ ਹੋ ਗਿਆ ਹੁੰਦਾ ਸਾਰਾ ਕੁਝ ਬਰਬਾਦ ਜੀ। ਜਿੱਦਾਂ ਕਿ ਹੁਣ ਇਹ ਦੋ ਭਾਈ ਸਾਹਿਬ ਆ, ਮਾਰ ਕੇ ਪਤਨੀਆਂ ਨੂੰ ਕਤਲ ਕਰਕੇ ਤੇ ਬੈਠੇ ਅੰਦਰ ਜੀ ਦੁਬਾਰਾ ਫੇਰ। 905 813 1320 ਕੁਇਕਲੀ ਆਪਾਂ ਇੱਕ ਹੋਰ ਖਬਰ ਫਿਰ ਵਾਈਂਡ ਅਪ ਕਰਦੇ ਹਾਂ। ਜੌਲ ਸਾਹਿਬ, ਕਮਰਸ਼ੀਅਲ ਮੋਟਰ ਵਹੀਕਲ ਸੇਫਟੀ ਪ੍ਰੋਗਰਾਮ ਜੂਨ 27 ਨੂੰ ਸ਼ੁਰੂ ਹੋਣ ਜਾ ਰਿਹਾ ਜੀ ਪੀਐਲ ਪੁਲਿਸ ਵੱਲੋਂ, ਤੇ ਇਹ ਵਹੀਕਲ ਇਨਸਪੈਕਸ਼ਨਸ ਹੋਣਗੀਆਂ ਜੀ ਟਰੱਕਾਂ ਦੀਆਂ, ਜੋ ਕਿ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਹਾਈਵੇ 401 ਏਰੀਆ ਦੇ ਵਿੱਚ ਮਿਸਿਸਾਗਾ ਦੇ ਵਿੱਚ ਇਹ ਆਪਰੇਸ਼ਨਲ ਸੇਫਟੀ ਕੰਸਰਨਸ ਨੂੰ ਲੈ ਕੇ ਬਹੁਤ ਵੱਡੇ ਪੱਧਰ ਦੇ ਵਿੱਚ ਇਹ ਹੋਣ ਜਾ ਰਿਹਾ ਜੀ। ਹਾਂ ਜੀ ਅਰਸ਼ੇ, ਵੈਸੇ ਤੁਹਾਡੇ ਸ਼ਹਿਰ ਦੇ ਵਿੱਚ ਹੀ ਹੈ, ਤੁਹਾਡੇ ਲਾਗੇ ਹੀ ਹੈ ਚਰਚਲ ਤੇ ਹਾਈਵੇ 401 ਦੇ ਉੱਤੇ ਜੀ। ਹੁਣ ਇਹ ਹੈ ਜੀ ਵੀ ਵੈਸੇ ਪੀਰੀਓਡਿਕਲੀ ਇਹ ਨਾ ਇੰਸਪੈਕਸ਼ਨ ਹੁੰਦੀਆਂ ਰਹਿੰਦੀਆਂ, ਖਾਸ ਤੌਰ ਤੇ ਕਮਰਸ਼ੀਅਲ ਜਿਹੜੇ ਵਹੀਕਲਸ ਆ, ਟਰੱਕਰਸ ਆ, ਤੇ ਉਹਨਾਂ ਦਾ ਜਿਹੜਾ ਲੋਡ ਆ ਉਹ ਚੈੱਕ ਕਰਨਾ, ਬ੍ਰੇਕਾਂ ਵਗੈਰਾ ਠੀਕ ਹੈ ਕਿ ਨਹੀਂ, ਟਾਇਰ ਜਿਹੜੇ ਆ ਜੀ ਵੀ ਆਮ ਤੌਰ ਤੇ ਉਹਨਾਂ ਦੀ ਬੜੀ ਕੰਪਲੇਂਟ ਆਉਂਦੀ ਆ ਵੀ ਨਹੀਂ ਬਦਲੇ ਜਾਂਦੇ ਟਾਈਮ ਦੇ ਨਾਲ, ਜਾਂ ਫਿਰ ਜਿਹੜੀਆਂ ਕਮਾਨੀਆਂ ਵਗੈਰਾ ਸਮਝਿਆ ਜਾਂਦਾ ਵੀ ਸਸਪੈਂਸ਼ਨ ਆ, ਸਪਰਿੰਗਸ ਆ, ਵੀ ਉਹ ਵੀ ਠੀਕ ਤਰੀਕੇ ਦੇ ਨਾਲ ਹੈ ਕੰਮ ਕਰਦੇ ਕਿ ਨਹੀਂ ਜੀ। ਦੂਸਰਾ ਇਹ ਆ ਜੀ ਵੀ ਲੋਡ ਜਿਹੜਾ ਉਹ ਸੇਫਲੀ ਲੋਡ ਕੀਤਾ ਹੋਇਆ ਸਾਰਾ ਸਮਾਨ, ਕਿ ਜਾਂ ਫਿਰ ਇੱਦਾਂ ਹੀ ਬਸ ਤੀਰ ਤੁੱਕਾ ਜਿਹਾ ਲਾ ਕੇ ਤੁਰਿਆ ਗਿਆ। ਸੋ ਦੂਸਰੇ ਪਾਸੇ ਇਹ ਆ ਜੀ ਵੀ ਜਿਹੜੇ ਡਰਾਈਵਰਸ ਆ ਵੀ ਉਹ ਵੀ ਕੁਆਲੀਫਾਈਡ ਹੈਗੇ ਆ ਡਰਾਈਵ ਟਰੱਕ ਕਰਨ ਦੇ ਲਈ ਕਿ ਨਹੀਂ। ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਆ ਜੀ ਵੀ ਉਹ ਪੀਲ ਪੁਲਿਸ ਦੇ ਵੱਲੋਂ ਹੋਰ ਪੁਲਿਸਾਂ ਦੇ ਸਹਿਯੋਗ ਦੇ ਨਾਲ ਇੱਕ ਬਲਿਟਸ ਆ ਜਿਹੜਾ ਜੀ ਉਹਨਾਂ ਦਾ ਸੇਫਟੀ ਆਪਰੇਸ਼ਨ ਉਹ 27 ਜੂਨ ਨੂੰ ਹੋਣਾ ਆ ਜੀ। ਮਿਸਿਸਾਗਾ ਦੇ ਵਿੱਚ ਇਸ ਵਾਰ ਉਹ ਹੋ ਰਿਹਾ, ਪਰ ਵੈਸੇ ਉਹ ਜਗ੍ਹਾ ਜਗ੍ਹਾ ਤੇ ਇਸ ਤਰ੍ਹਾਂ ਜਿਹੜੇ ਆਪਣੇ ਆਪਰੇਸ਼ਨਸ ਆ ਜੀ ਉਹ ਕਰਦੇ ਹੀ ਰਹਿੰਦੇ ਆ। ਸੋ ਉਸ ਸਮੇਂ ਫਿਰ ਆਮ ਤੌਰ ਤੇ ਕਈ ਟਰੱਕਰ ਦਾ ਜਿਹੜੇ ਜੀ ਆਪਾਂ ਰੂਟ ਚੇਂਜ ਕਰ ਲਿਆ ਕਰਦੇ ਆ ਜਿੱਦਾਂ ਨਾ ਹੀ ਉਹਨਾਂ ਨਾਲ ਮੱਥਾ ਲੱਗੇ, ਪਰ ਉਹਨਾਂ ਦਾ ਜਿਹੜਾ ਪਰਪਸ ਆ ਕਿਸੇ ਨੂੰ ਤੰਗ ਕਰਨਾ ਘੱਟ ਜਾਂ ਫਿਰ ਨਹੀਂ ਵੀ, ਇਹ ਹੁੰਦਾ ਵੀ ਜਿਹੜਾ ਸੇਫ ਤੁਸੀਂ ਵੀ ਰਹੋ, ਸੇਫ ਤੁਹਾਡਾ ਵਹੀਕਲ ਵੀ ਰਹੇ, ਤੇ ਸੇਫ ਜਿਹੜਾ ਜੀ ਵੀ ਰੋਡ ਤੇ ਟ੍ਰੈਫਿਕ ਬਾਕੀ ਦੀ ਵੀ ਰਵੇ ਜੀ। ਇਸ ਲਿਹਾਜ਼ ਨਾਲ ਇਹ ਆਪਰੇਸ਼ਨ ਜਿਹੜਾ ਉਹਨਾਂ ਦਾ 27 ਜੂਨ ਨੂੰ ਹੋਏਗਾ ਜੀ। ਵਾਰਡ 9 ਅਤੇ 10 ਦੇ ਉਮੀਦਵਾਰ ਕੈਂਡੀਡੇਟ ਸਰਦਾਰ ਸਤਪਾਲ ਸਿੰਘ ਜੋਹਲ ਤੁਹਾਡੇ ਨਾਲ ਸਕੂਲ ਟਰਸਟੀ ਲਈ ਹਾਜ਼ਰ ਹੈ ਜੀ। ਐਂਡ ਤੁਸੀਂ ਇਹਨਾਂ ਦੇ ਨਾਲ ਜੁੜਨਾ ਚਾਹੁੰਦੇ ਹੋ, ਸਪੋਰਟ ਕਰਨਾ ਚਾਹੁੰਦੇ ਹੋ, ਜਾਂ WhatsApp ਗਰੁੱਪ ਦੇ ਵਿੱਚ ਇਹਨਾਂ ਦੇ ਨਾਲ ਸ਼ਾਮਲ ਹੋਣਾ ਚਾਹੁੰਦੇ ਹੋ, ਨਿਊਜ਼ ਵਿਊਜ਼ ਗੱਲਾਂ ਬਾਤਾਂ ਨਾਲ ਤੁਸੀਂ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਜੀ, ਤਾਂ 4168953784 4168953784 ਤੇ ਜੌਲ ਸਾਹਿਬ ਦੇ ਨਾਲ ਐਨੀ ਟਾਈਮ ਤੁਸੀਂ ਗੱਲਬਾਤ ਕਰ ਸਕਦੇ ਹੋ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਸੋ ਮਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।